दोस्तों हाजिर एक होर वीडियो रिपोर्ट लैके मेरी अज इस वीडियो रिपोर्ट में एक बार फिर गलबात करांगे गुरमीत सिंह पिंकी बारे। पिंकी उत्ते आधारित मेरी सीरीज ਨੂੰ मैं 3 पार्ट तक एक्सटेंड कर रहा ਤੇ ਅੱਜ ਭਾਗ 2 ਦੇ ਵਿੱਚ ਆਪਾਂ ਗੱਲ ਕਰਾਂਗੇ ਪਿੰਕੀ ਦੀਆਂ ਵਿਵਾਦਿਤ ਮੁਲਾਕਾਤਾਂ। ਕੁਝ ਅਜਿਹੀਆਂ ਮੁਲਾਕਾਤਾਂ ਜਿਨ੍ਹਾਂ ਨੇ ਉਸ ਦੀ ਜ਼ਿੰਦਗੀ ਦੇ ਆਖਰੀ ਪੜਾਅ ਜਦ ਗੁਰਮੀਤ ਸਿੰਘ ਪਿੰਕੀ ਐਡੈਕਟਿਵ ਨਹੀਂ ਸੀ ਉਸ ਵਕਤ ਵੀ ਉਸ ਨੂੰ ਵਿਵਾਦਾਂ ਵਿੱਚ ਰੱਖਿਆ। ਲਾਰੈਂਸ ਬਿਸ਼ਨੋਈ ਤੋਂ ਲੈ ਕੇ ਬਲਵੰਤ ਸਿੰਘ ਰਾਜੋਆਣਾ ਤੇ ਦੇਸ਼ ਦੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਨਾਲ ਅਲੱਗ-ਅਲੱਗ ਸੰਦਰਭਾਂ ਦੇ ਵਿੱਚ ਹੋਈਆਂ ਇਹਨਾਂ ਮੁਲਾਕਾਤਾਂ ਦੇ ਕਾਰਨ ਗੁਰਮੀਤ ਸਿੰਘ ਪਿੰਕੀ ਨੂੰ ਬਦਨਾਮੀ ਵੀ ਬਹੁਤ ਮਿਲੀ ਤੇ ਇਹ ਕਿਹਾ ਜਾ ਸਕਦਾ ਹੈ ਕਿ ਇਹਨਾਂ ਮੁਲਾਕਾਤਾਂ ਕਰਨ ਦੇ ਵਕਤ ਗੁਰਮੀਤ ਸਿੰਘ ਪਿੰਕੀ ਫਾਊਂਡ ਹਿਮਸੈਲਫ ਐਟ ਅ ਰੋਂਗ ਪਲੇਸ ਐਟ ਅ ਰੋਂਗ ਟਾਈਮ। ਇਹ ਕੀ ਮੁਲਾਕਾਤਾਂ ਸਨ? ਇਹਨਾਂ ਦੇ ਨਾਲ ਜੁੜੇ ਹੋਏ ਵਿਵਾਦਾਂ ਬਾਰੇ ਤੁਸੀਂ ਖਬਰਾਂ ਪਹਿਲਾਂ ਵੀ ਸੁਣੀਆਂ ਹੋਣਗੀਆਂ, ਲੇਕਿਨ ਅੱਜ ਮੈਂ 3 ਸਪੈਸੀਫਿਕ ਅਜਿਹੀਆਂ ਮੁਲਾਕਾਤਾਂ ਦਾ ਜ਼ਿਕਰ ਕਰਾਂਗਾ। ਵਿਵਾਦਾਂ ਦਾ ਤੇ ਪਿੰਕੀ ਦਾ ਚੋਲੀ ਦਾਮਨ ਦਾ ਰਿਸ਼ਤਾ ਸੀ, ਜਿਹਨੂੰ 9 ਮਾਸ ਦਾ ਰਿਸ਼ਤਾ ਕਹਿੰਦੇ ਆ। ਆਪਣੇ ਐਕਟਿਵ ਕਾਰਜਕਾਲ ਦੌਰਾਨ ਉਸ ਵਕਤ ਜਦੋਂ ਕਿ ਗੁਰਮੀਤ ਸਿੰਘ ਪਿੰਕੀ ਪੁਲਿਸ ਦੇ ਵਿੱਚ ਸੀ, ਈਵਨ ਪੁਲਿਸ ਦੀ ਨੌਕਰੀ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਲੁਧਿਆਣਾ ਦੇ ਇਲਾਕੇ ਦੇ ਵਿੱਚ ਐਕਟਿਵ ਗੁਰਮੀਤ ਸਿੰਘ ਪਿੰਕੀ ਵਿਵਾਦਾਂ ਨਾਲ ਜੁੜਿਆ ਰਿਹਾ। ਕਈ ਸਨਸਨੀਖੇਜ਼ ਮਾਮਲੇ ਉਹਨਾਂ ਸਮਿਆਂ ਦੌਰਾਨ ਹੋਏ, ਘਟਨਾਵਾਂ ਹੋਈਆਂ, ਵਾਰਦਾਤਾਂ ਹੋਈਆਂ ਜਿਨ੍ਹਾਂ ਦੇ ਨਾਲ ਗੁਰਮੀਤ ਸਿੰਘ ਪਿੰਕੀ ਜੁੜਿਆ ਸੀ। ਅਗਲੀ ਰਿਪੋਰਟ ਦੇ ਵਿੱਚ ਉਸ ਦੀ ਗੱਲ ਕਰਾਂਗੇ। ਗੁਰਮੀਤ ਸਿੰਘ ਪਿੰਕੀ ਦੀ ਜ਼ਿੰਦਗੀ ਦੇ ਅਲੱਗ-ਅਲੱਗ ਪੜਾਅ ਦੇ ਵਿੱਚੋਂ ਇੱਕ ਦੌਰ ਅਜਿਹਾ ਆਇਆ ਜਦੋਂ ਉਸ ਨੂੰ ਉਮਰ ਕੈਦ ਦੀ ਸਜ਼ਾ ਅਵਤਾਰ ਸਿੰਘ ਗੋਲਾ ਮਰਡਰ ਕੇਸ ਦੇ ਵਿੱਚ ਹੋਈ, ਲੇਕਿਨ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਗੁਰਮੀਤ ਸਿੰਘ ਪਿੰਕੀ ਨੇ ਜੇਲ੍ਹ ਤੋਂ ਮੁੜਨ ਮਗਰੋਂ ਬਹਾਲ ਹੋਣਾ ਚਾਹਿਆ, ਵਿਵਾਦਾਂ ਵਿੱਚ ਆਇਆ, ਜਿਸ ਤੋਂ ਬਾਅਦ ਜਦੋਂ ਉਸ ਦੀ ਗੱਲ ਨਹੀਂ ਬਣੀ ਉਸਨੇ ਦੁਬਾਰਾ ਇੱਕ ਅਜਿਹਾ ਪਿਟਾਰਾ ਖੋਲਤਾ। ਸੁਮੇਧ ਸਿੰਘ ਸੈਣੀ ਦੇ ਖਿਲਾਫ ਖੁਲਾਸਿਆਂ ਦੀ ਝੜੀ ਲਾਤੀ। ਇੰਟਰਵਿਊਜ਼ ਦਾ ਦੌਰ 2015 ਤੋਂ ਬਾਅਦ ਦਾ ਇੱਕ ਅਜਿਹਾ ਫੇਜ਼ ਜਿਸ ਦੌਰਾਨ ਗੁਰਮੀਤ ਸਿੰਘ ਪਿੰਕੀ ਦੁਬਾਰਾ ਚਰਚਾ ਤੇ ਸੁਰਖੀਆਂ ਦੇ ਵਿੱਚ ਆ ਜਾਂਦਾ ਹੈ, ਲੇਕਿਨ ਇਹ ਵੀ ਦੌਰ ਨਿਕਲ ਗਿਆ। ਇਸ ਤੋਂ ਬਾਅਦ ਇੱਕ ਅਜਿਹਾ ਪੜਾਅ ਤੇ ਫੇਜ਼ ਆਇਆ ਜਦੋਂ ਗੁਰਮੀਤ ਸਿੰਘ ਪਿੰਕੀ ਡੋਮੈਂਟ ਹੋ ਗਿਆ, ਉਹ ਸਾਇਲੈਂਟ ਹੋ ਗਿਆ, ਉਸਨੇ ਜ਼ਿਆਦਾ ਗੱਲਾਂ ਬਾਤਾਂ ਨਹੀਂ ਕੀਤੀਆਂ। ਲੇਕਿਨ ਇਹ ਉਹ ਸਮਾਂ ਸੀ ਜਦੋਂ ਵਿਵਾਦਾਂ ਨੇ ਗੁਰਮੀਤ ਸਿੰਘ ਪਿੰਕੀ ਦਾ ਸਾਥ ਨਹੀਂ ਛੱਡਿਆ, ਯਾਨੀ ਕਿ ਜਿੱਥੇ-ਜਿੱਥੇ ਗੁਰਮੀਤ ਸਿੰਘ ਨੇ ਪੈਰ ਧਰਿਆ ਉੱਥੇ-ਉੱਥੇ ਵਿਵਾਦ ਨਾਲ ਹੀ ਖੜੇ ਹੋ ਗਏ, ਜਾਂ ਕਹਿ ਲਓ ਕਿ ਕੈਮਰਿਆਂ ਦੀਆਂ ਨਜ਼ਰਾਂ ਕੁਝ ਅਜਿਹੀਆਂ ਸਨ ਕਿ ਜਿੱਥੇ-ਜਿੱਥੇ ਗੁਰਮੀਤ ਸਿੰਘ ਪਿੰਕੀ ਜਾਂਦਾ ਸੀ ਕੋਈ ਨਾ ਕੋਈ ਉਸਦੀ ਤਸਵੀਰ, ਕੋਈ ਨਾ ਕੋਈ ਉਸਦਾ ਵੀਡੀਓ ਨਿਕਲ ਆਉਂਦਾ ਸੀ ਤੇ ਇੱਕ ਵਿਵਾਦ ਖੜਾ ਹੋ ਜਾਂਦਾ ਸੀ। ਹਾਲਾਂਕਿ ਘਟਨਾਵਾਂ ਵੀ ਬੜੀਆਂ ਦਿਲਚਸਪ ਹੈਗੀਆਂ ਨੇ ਤੇ ਇਹਨਾਂ ਦੇ ਪਿੱਛੇ ਦੀ ਕਹਾਣੀ ਵੀ ਬਹੁਤ ਦਿਲਚਸਪ ਹੈ। ਸੋ ਅੱਜ ਮੈਂ 3 ਘਟਨਾਵਾਂ ਦਾ ਜ਼ਿਕਰ ਕਰਾਂਗਾ। 2015-16 ਦਾ ਉਹ ਦੌਰ ਜਦੋਂ ਗੁਰਮੀਤ ਸਿੰਘ ਪਿੰਕੀ ਸੁਮੇਧ ਸਿੰਘ ਸੈਣੀ ਦੇ ਖਿਲਾਫ ਖੁਲਾਸੇ ਤੋਂ ਬਾਅਦ ਖੁਲਾਸੇ ਕਰ ਰਿਹਾ ਸੀ, ਕੰਵਰ ਸੰਧੂ ਸਾਹਿਬ ਦੇ ਨਾਲ ਇੰਟਰਵਿਊਜ਼ ਕਰ ਰਿਹਾ ਸੀ। ਉਸ ਦੌਰ ਦੇ ਵਿੱਚ ਇੱਕ ਘਟਨਾ ਹੁੰਦੀ ਹੈ ਜਦੋਂ ਲਾਰੈਂਸ ਬਿਸ਼ਨੋਈ, ਜੋ ਕਿ ਇੱਕ ਵਾਰ ਜੇਲ੍ਹ ਤੋਂ ਫਰਾਰ ਹੋਣ ਮਗਰੋਂ ਦੁਬਾਰਾ ਗ੍ਰਿਫਤਾਰ ਕੀਤਾ ਜਾ ਚੁੱਕਾ ਸੀ। ਆਪਾਂ ਪਹਿਲਾਂ ਵੀ ਸ਼ਾਇਦ ਕੁਝ ਰਿਪੋਰਟਾਂ ਦੇ ਸੰਦਰਭ ਵਿੱਚ ਜ਼ਿਕਰ ਕੀਤਾ ਹੈ ਕਿ ਲਾਰੈਂਸ ਬਿਸ਼ਨੋਈ ਦਾ ਕਲਾਸਮੇਟ ਉਸਦੇ ਬੈਚ ਦੇ ਵਿੱਚ ਰਿਹਾ ਇੰਦਰਪ੍ਰੀਤ ਪੈਰੀ ਦਾ ਇੱਕ ਰਿਸ਼ਤੇਦਾਰ ਗੁਰਮੀਤ ਸਿੰਘ ਪਿੰਕੀ ਦੀ ਸਿਕਿਉਰਿਟੀ ਡਿਟੇਲ ਦੇ ਵਿੱਚ ਸੀ। ਇਸੇ ਕਰਕੇ ਗੁਰਮੀਤ ਸਿੰਘ ਪਿੰਕੀ ਜਾਂ ਫਿਰ ਕਹਿ ਲਈਏ ਕਿ ਇੰਦਰਪ੍ਰੀਤ ਪੈਰੀ ਦੇ ਸਰਕਟ ਦੇ ਜ਼ਰੀਏ ਹੀ ਲਾਰੈਂਸ ਬਿਸ਼ਨੋਈ ਦੀ ਜਾਣ ਪਛਾਣ ਇਹਨਾਂ ਦੇ ਨਾਲ ਸੀ। ਸੋ ਲਾਰੈਂਸ ਬਿਸ਼ਨੋਈ ਜਦੋਂ ਇੱਕ ਅਦਾਲਤ ਦੀ ਪੇਸ਼ੀ ਦੌਰਾਨ ਖਰੜ ਤੋਂ ਲੰਘ ਰਿਹਾ ਹੁੰਦਾ ਹੈ, ਗੋਪਾਲ ਸਵੀਟਸ ਉੱਤੇ ਰੁਕਦਾ ਹੈ, ਜਿਸ ਦੌਰਾਨ ਗੁਰਮੀਤ ਸਿੰਘ ਪਿੰਕੀ ਤੇ ਉਸਦੇ ਨਾਲ ਕੁਝ ਹੋਰ ਸਾਥੀ ਇਸ ਰੈਸਟੋਰੈਂਟ ਦੇ ਵਿੱਚ ਜਾਂਦੇ ਨੇ। ਹੁਣੇ ਉਹਨਾਂ ਸਮੇਂ ਦੀ ਗੱਲ ਹੈ ਜਦੋਂ ਇਲੈਬੋਰੇਟ ਸਿਕਿਉਰਿਟੀ ਡਿਟੇਲ ਜਿੰਨੀ ਅੱਜ ਲਾਰੈਂਸ ਬਿਸ਼ਨੋਈ ਨਾਲ ਚੱਲਦੀ ਹੈ ਉਨੀ ਸੁਰੱਖਿਆ ਉਸਦੇ ਨਾਲ ਨਹੀਂ ਸੀ ਹੋਇਆ ਕਰਦੀ, ਲੇਕਿਨ 8 ਤੋਂ 10 ਗਾਰਡ ਉਸ ਵਕਤ ਵੀ ਲਾਰੈਂਸ ਬਿਸ਼ਨੋਈ ਦੇ ਨਾਲ ਇਸ ਵਾਸਤੇ ਤੁਰਿਆ ਕਰਦੇ ਸੀ ਕਿਉਂਕਿ ਲਾਰੈਂਸ ਬਿਸ਼ਨੋਈ ਜੇਲ੍ਹ ਤੋਂ ਫਰਾਰ ਹੋ ਚੁੱਕਾ ਸੀ। ਜੇਲ੍ਹ ਤੋਂ ਉਸਦੀ ਹੋਈ ਫਰਾਰੀ ਦੇ ਕੇਸ ਦੇ ਵਿੱਚ ਵੀ ਇੰਦਰਪ੍ਰੀਤ ਪੈਰੀ ਦਾ ਨਾਂ ਹੁੰਦਾ ਸੀ। ਲੇਕਿਨ ਇਹ ਜਿਹੜੀ ਘਟਨਾ ਹੁੰਦੀ ਹੈ ਇਸ ਦਾ ਕੋਈ ਵੱਡਾ ਕਾਰਨ ਨਹੀਂ ਸੀ। ਕਿਉਂ ਇਹ ਮੁਲਾਕਾਤ ਹੋਈ? ਕੋਈ ਐਸਾ ਮਫਾਦ, ਕੋਈ ਅਜਿਹਾ ਅਲਟੀਰੀਅਰ ਮੋਟਿਵ ਨਹੀਂ ਸੀ। ਸਰਸਰੀ ਤੌਰ ਤੇ ਕਿਉਂਕਿ ਗੁਰਮੀਤ ਸਿੰਘ ਪਿੰਕੀ ਦਾ ਇੱਕ ਜਾਣਕਾਰ ਲਾਰੈਂਸ ਬਿਸ਼ਨੋਈ ਦੀ ਇਸ ਗਾਰਡ ਦਾ ਇੰਚਾਰਜ ਸੀ। ਗੁਰਮੀਤ ਸਿੰਘ ਪਿੰਕੀ ਉਸ ਨੂੰ ਮਿਲਣ ਪਹੁੰਚਦਾ ਹੈ। ਗੁਰਮੀਤ ਸਿੰਘ ਪਿੰਕੀ ਦੇ ਨਾਲ ਜਿਹੜਾ ਵਿਅਕਤੀ ਹੁੰਦਾ ਯਾਨੀ ਕਿ ਉਸਦੀ ਸਿਕਿਉਰਿਟੀ ਡਿਟੇਲ ਦਾ ਇੱਕ ਜਿਹੜਾ ਸ਼ਖਸ ਸੀ ਉਹ ਲਾਰੈਂਸ ਬਿਸ਼ਨੋਈ ਨੂੰ ਮਿਲਣ ਪਹੁੰਚਦਾ ਹੈ ਇੱਕ ਰੈਸਟੋਰੈਂਟ ਦੇ ਵਿੱਚ। ਉਸ ਵਕਤ ਜਦੋਂ ਕਿ ਲਾਰੈਂਸ ਬਿਸ਼ਨੋਈ ਦੇ ਹੱਥ ਵਿੱਚ ਹੱਥਕੜੀਆਂ ਲੱਗੀਆਂ ਹੁੰਦੀਆਂ ਨੇ, ਉਸ ਦੀ ਮੁਲਾਕਾਤ ਰੈਸਟੋਰੈਂਟ ਦੇ ਵਿੱਚ ਬੈਠ ਕੇ ਕਰਾਈ ਜਾਂਦੀ ਹੈ ਹੁੰਦੀ ਹੈ। ਦੈਟ ਵਾਸ ਡਿਊਰਿੰਗ ਦ ਟ੍ਰਾਂਜ਼ਿਟ, ਇੱਕ ਟ੍ਰਾਂਜ਼ਿਟ ਦੀ ਮੁਲਾਕਾਤ ਹੁੰਦੀ ਹੈ। ਲੇਕਿਨ ਇਸ ਰੈਸਟੋਰੈਂਟ ਦੇ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਤਸਵੀਰਾਂ ਕੈਦ ਹੋ ਜਾਂਦੀਆਂ ਨੇ ਤੇ ਇਸੇ ਰੈਸਟੋਰੈਂਟ ਦੇ ਨੇੜੇ ਬੈਠਾ ਇੱਕ ਅਜਿਹਾ ਵਿਅਕਤੀ ਵੱਲੋਂ ਪੁਲਿਸ ਨੂੰ ਇਸ ਮੁਲਾਕਾਤ ਦੀ, ਜੋ ਕਿ ਅਨਅਧਿਕ੍ਰਿਤ ਢੰਗ ਨਾਲ ਹੋਈ ਹੁੰਦੀ ਹੈ, ਵਿਵਾਦਿਤ ਹੁੰਦੀ ਹੈ, ਜਾਣਕਾਰੀ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਪੁਲਿਸ ਪਹੁੰਚਦੀ ਹੈ ਮੌਕੇ ਉੱਤੇ। ਲੇਕਿਨ ਇਸ ਵਕਤ ਤੱਕ ਮੁਲਾਕਾਤ ਖਤਮ ਹੋ ਚੁੱਕੀ ਹੁੰਦੀ ਹੈ। ਗੁਰਮੀਤ ਸਿੰਘ ਪਿੰਕੀ ਤੇ ਲਾਰੈਂਸ ਬਿਸ਼ਨੋਈ ਆਪਣੇ ਰਾਹ ਤੁਰ ਚੁੱਕੇ ਸਨ। ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਇਹਨਾਂ ਤਸਵੀਰਾਂ ਨੇ ਯਕੀਨੀ ਤੌਰ ਤੇ ਬਹੁਤ ਵੱਡੀ ਖਬਰ ਬਣਾਣੀ ਸੀ। ਉਹ ਖਬਰ ਬਣੀ, ਟੀਵੀ ਚੈਨਲਾਂ ਉੱਤੇ, ਖੇਤਰੀ ਟੀਵੀ ਚੈਨਲਾਂ ਉੱਤੇ ਖਬਰ ਪ੍ਰਸਾਰਿਤ ਵੀ ਹੋਈ। ਗੁਰਮੀਤ ਸਿੰਘ ਪਿੰਕੀ ਔਨ ਰਿਕਾਰਡ ਹੈ ਕਿ ਉਸ ਨੂੰ ਇਸ ਖਬਰ ਦੇ ਪ੍ਰਸਾਰਨ ਦੀ ਖਬਰ ਜਾਣਕਾਰੀ ਪਹਿਲਾਂ ਮਿਲ ਚੁੱਕੀ ਸੀ ਕਿਉਂਕਿ ਲੁਧਿਆਣਾ ਦੇ ਕੇਬਲ ਆਪਰੇਟਰ ਜਿਸ ਦੇ ਦਫ਼ਤਰ ਦੇ ਵਿੱਚ ਬੈਠ ਕੇ ਇਸ ਖਬਰ ਨੂੰ ਇੱਕ
ਚੈਨਲ ਵਿਸ਼ੇਸ਼ ਨੂੰ ਦੇ ਕੇ ਉਸ ਉੱਤੇ ਪ੍ਰਸਾਰਿਤ ਕੀਤੇ ਜਾਣ ਦੀ ਗੱਲਬਾਤ ਹੋ ਰਹੀ ਸੀ। ਇਸ ਚੀਜ਼ ਦੀ ਜਾਣਕਾਰੀ ਗੁਰਮੀਤ ਸਿੰਘ ਪਿੰਕੀ ਨੂੰ ਮਿਲੀ, ਜਿਸ ਤੋਂ ਬਾਅਦ ਉਸਨੇ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਗੁਰਮੀਤ ਸਿੰਘ ਪਿੰਕੀ ਖੁਲਾਸੇ ਕਰ ਰਿਹਾ ਸੀ, ਕੰਵਰ ਸੰਧੂ ਉਹਨਾਂ ਦੇ ਨਾਲ ਇਨ ਟੱਚ ਸੀ, ਉਸ ਵੱਲੋਂ ਕੰਵਰ ਸੰਧੂ ਨੂੰ ਦੁਬਾਰਾ ਸੱਦ ਲਿਆ ਗਿਆ, ਕੁਝ ਹੋਰ ਵੱਡੇ ਖੁਲਾਸੇ ਕਰਤੇ ਗਏ। ਇੱਕ ਤਰੀਕੇ ਦੀ ਜਿਹੜੀ ਬਾਰਗੇਨਿੰਗ ਹੁੰਦੀ ਹੈ, ਇਹ ਦੱਸਿਆ ਜਾਂਦਾ ਹੈ ਕਿ ਇੱਕ ਅਜਿਹਾ ਆਈਪੀਐਸ ਅਫਸਰ ਜਿਸ ਦੇ ਲਈ ਗੁਰਮੀਤ ਸਿੰਘ ਪਿੰਕੀ ਨੇ ਕੰਮ ਕੀਤਾ ਸੀ, ਉਸੇ ਅਫਸਰ ਨੇ ਭੂਮਿਕਾ ਵੀ ਅਦਾ ਕੀਤੀ ਇਸ ਫੁਟੇਜ, ਇਸ ਸੀਸੀਟੀਵੀ ਦੀ ਜਿਹੜੀ ਗ੍ਰੈਬ ਸੀ, ਉਹ ਤਸਵੀਰਾਂ ਸੀ, ਉਹਨਾਂ ਨੂੰ ਚੈਨਲ ਦੇ ਉੱਤੇ ਨਸ਼ਰ ਕਰਾਉਣ ਦੇ ਵਿੱਚ। ਕਿਉਂਕਿ ਆਪਾਂ ਸਮਝ ਕੇ ਚੱਲੀਏ, ਦੌਰ ਸੀ ਜਦੋਂ ਗੁਰਮੀਤ ਸਿੰਘ ਪਿੰਕੀ ਤੇ ਸੁਮੇਧ ਸਿੰਘ ਸੈਣੀ ਦੇ ਖਿਲਾਫ ਖੁਲਾਸੇ ਜਾਰੀ ਸੀ। ਸੁਮੇਧ ਸਿੰਘ ਸੈਣੀ ਡੀਜੀਪੀ ਦੀ ਪੋਜੀਸ਼ਨ ਉੱਤੇ ਸੀ, ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ। ਗੁਰਮੀਤ ਸਿੰਘ ਪਿੰਕੀ ਦੀ ਕੋਈ ਵੀ ਵਿਵਾਦਿਤ ਤਸਵੀਰ ਜਾਂ ਵੀਡੀਓ ਇੱਕ ਵੱਡੀ ਸੁਰਖੀ, ਇੱਕ ਵੱਡੀ ਕੰਟਰੋਵਰਸੀ ਬਣਦੀ ਸੀ। ਇਟ ਵਾਸ ਅ ਕਾਈਂਡ ਆਫ ਟਿਟ ਫॉर ਟੈਟ। ਪਿੰਕੀ ਵੱਲੋਂ ਕੀਤੇ ਜਾ ਰਹੇ ਖੁਲਾਸਿਆਂ ਦੇ ਬਦਲੇ ਦੇ ਰੂਪ ਵਿੱਚ ਪਿੰਕੀ ਦੇ ਖਿਲਾਫ ਇੱਕ ਵਿਵਾਦਿਤ ਖਬਰ ਨਸ਼ਰ ਕੀਤੀ ਗਈ। ਖੈਰ, ਇਹ ਕੰਟਰੋਵਰਸੀ ਕੁਝ ਮਹੀਨਿਆਂ ਬਾਅਦ ਖਤਮ ਹੋ ਗਈ, ਲੇਕਿਨ ਇੱਕ ਹੋਰ ਵੱਡਾ ਵਿਵਾਦ ਖੜਾ ਹੋ ਗਿਆ ਤੇ ਇਸ ਵਿਵਾਦ ਦੇ ਸੈਂਟਰ ਦੇ ਵਿੱਚ ਇੱਕ ਵਾਰ ਫੇਰ ਗੁਰਮੀਤ ਸਿੰਘ ਪਿੰਕੀ ਨੇ ਖੁਦ ਨੂੰ ਪਾਇਆ ਤੇ ਇਸ ਘਟਨਾਕ੍ਰਮ ਦੇ ਨਾਲ ਵੀ ਲਾਰੈਂਸ ਬਿਸ਼ਨੋਈ ਜੁੜਦਾ ਸੀ। ਹੁਣ ਇੱਕ ਅਜਿਹਾ ਵਿਵਾਦ ਸੀ ਜਿਸ ਦੇ ਸੈਂਟਰ ਦੇ ਵਿੱਚ ਗੁਰਮੀਤ ਸਿੰਘ ਪਿੰਕੀ ਹੋਣਾ ਚਾਹੁੰਦਾ ਨਹੀਂ ਸੀ, ਕਿਉਂਕਿ ਅਪੈਰੈਂਟਲੀ ਇਹ ਲੱਗਦਾ ਹੈ ਕਿ ਗੁਰਮੀਤ ਸਿੰਘ ਪਿੰਕੀ ਨੂੰ ਸਬਕ ਸਿਖਾਉਣ ਲਈ ਉਸ ਵੱਲੋਂ ਜਿਹੜੇ ਖੁਲਾਸੇ ਕੀਤੇ ਗਏ, ਪਿੰਕੀ ਵੱਲੋਂ ਕੀਤਾ ਗਿਆ ਖੁਲਾਸਾ ਕਿ ਜਗਤਾਰ ਸਿੰਘ ਹਵਾਰਾ ਆਪਣੇ ਇੱਕ ਹੋਰ ਸਾਥੀ ਦੇ ਨਾਲ ਚੰਡੀਗੜ੍ਹ ਦੀ ਮਾਡਲ ਜੇਲ੍ਹ ਤੋਂ, ਬੁੜੈਲ ਜੇਲ੍ਹ ਤੋਂ ਫਰਾਰ ਹੋਣਾ ਚਾਹੁੰਦਾ ਸੀ। ਇਸ ਮਕਸਦ ਦੇ ਨਾਲ ਇੱਕ ਵੱਡਾ ਹਮਲਾ ਹੋਣਾ ਸੀ, ਜਿਸ ਵਿੱਚ ਸੋਫਿਸਟੀਕੇਟਿਡ ਵੈਪਨਸ ਦੇ ਨਾਲ ਬਾਹਰੋਂ ਹਮਲਾ ਕੀਤਾ ਜਾਣਾ ਸੀ। ਜੇਲ੍ਹ ਦੀ ਦੀਵਾਰ ਨੂੰ ਆਰਡੀਐਕਸ ਦੇ ਨਾਲ ਉਡਾਇਆ ਜਾਣਾ ਸੀ, ਧਮਾਕੇ ਦੇ ਨਾਲ ਉਡਾਇਆ ਜਾਣਾ ਸੀ। ਆਰਡੀਐਕਸ ਦੇ ਲੱਡੂ ਜੇਲ੍ਹ ਦੇ ਅੰਦਰ ਆ ਚੁੱਕੇ ਸੀ। ਇਸ ਗੱਲਬਾਤ ਨੂੰ ਤੰਤਰ ਨੇ, ਐਡਮਿਨਿਸਟ੍ਰੇਸ਼ਨ ਨੇ ਤਾਂ ਦਬਾ ਲਿਆ, ਲੇਕਿਨ ਗੁਰਮੀਤ ਸਿੰਘ ਪਿੰਕੀ ਨੇ ਬਾਅਦ ਦੇ ਵਿੱਚ ਖੁਲਾਸੇ ਕੀਤੇ। ਇਸ ਪੂਰੀ ਦੀ ਪੂਰੀ ਘਟਨਾ ਦੇ ਕੰਟੈਕਸਟ ਦੇ ਵਿੱਚ ਪਿੰਕੀ ਦਾ ਖੁਲਾਸਾ ਇਹ ਸੀ ਕਿ ਬਲਵੰਤ ਸਿੰਘ ਰਾਜੋਆਣਾ ਤੇ ਉਸਦੇ ਇੱਕ ਹੋਰ ਸਾਥੀ ਵੱਲੋਂ ਗੁਰਮੀਤ ਸਿੰਘ ਪਿੰਕੀ ਤੱਕ ਇਹ ਜਾਣਕਾਰੀ ਪਹੁੰਚਦੀ ਕੀਤੀ ਗਈ, ਜਿਸ ਤੋਂ ਬਾਅਦ ਪਿੰਕੀ ਨੇ ਉਸ ਵਕਤ ਜਿਹੜੇ ਤਤਕਾਲੀ ਡੀਜੀਪੀ ਐਮਪੀਐਸ ਔਲਖ ਨੂੰ ਦੱਸਿਆ। ਰਣਬੀਰ ਸਿੰਘ ਖੱਟੜਾ ਉਸ ਵਕਤ ਰੋਪੜ ਦੇ ਐਸਐਸਪੀ ਸੀ। ਉਹ ਜਿਹੜਾ ਵਿਅਕਤੀ ਬਿੱਲਾ ਨਾਂ ਦਾ, ਬਿਕਰਮ ਸਿੰਘ ਬਿੱਲਾ, ਉਸ ਦੇ ਘਰੇ ਛਾਪੇ ਮਾਰ ਕੇ ਵੈਪਨ ਰਿਕਵਰ ਕੀਤੇ ਗਏ, ਜੇਲ੍ਹ ਦੇ ਵਿੱਚੋਂ ਆਰਡੀਐਕਸ ਰਿਕਵਰ ਕੀਤਾ ਗਿਆ ਤੇ ਪੂਰੀ ਦੀ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ। ਪਿੰਕੀ ਵੱਲੋਂ ਕੰਵਰ ਸੰਧੂ ਸਾਹਿਬ ਦੇ ਨਾਲ ਕੀਤੀਆਂ ਜਾ ਰਹੀਆਂ ਇੰਟਰਵਿਊਆਂ ਦੇ ਸਨਸਨੀਖੇਜ਼ ਖੁਲਾਸਿਆਂ ਦੇ ਵਿੱਚੋਂ ਇਸ ਖੁਲਾਸੇ ਨੇ ਪੰਥਕ ਹਲਕਿਆਂ ਦੇ ਵਿੱਚ ਕਾਫੀ ਹਲਚਲ ਪੈਦਾ ਕਰਤੀ, ਕਿਉਂਕਿ ਇਲਜ਼ਾਮ ਇਹ ਲੱਗਣ ਲੱਗੇ ਕਿ ਬਲਵੰਤ ਸਿੰਘ ਰਾਜੋਆਣਾ ਹੋਣਾ ਵੱਲੋਂ ਪੁਲਿਸ ਨੂੰ ਸੂਚਨਾ ਦੇ ਕੇ ਜਾਂ ਪਿੰਕੀ ਦੇ ਜ਼ਰੀਏ ਸੂਚਨਾ ਅੱਗੇ ਤੱਕ ਪਾਸ ਔਨ ਕਰਕੇ ਇਸ ਜੇਲ੍ਹ ਨੂੰ ਤੋੜਨ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਕੇ ਇੱਕ ਧੋਖਾ ਕੀਤਾ ਗਿਆ। ਇਸ ਤਰੀਕੇ ਦੀਆਂ ਗੱਲਾਂ ਬਾਤਾਂ ਤੁਰਨ ਲੱਗੀਆਂ, ਜਿਸ ਤੋਂ ਬਾਅਦ ਬਲਵੰਤ ਸਿੰਘ ਰਾਜੋਆਣਾ ਨੇ ਕੰਵਰ ਸੰਧੂ ਨੂੰ ਪਟਿਆਲਾ ਦੀ ਜੇਲ੍ਹ, ਜਿੱਥੇ ਕਿ ਬਲਵੰਤ ਸਿੰਘ ਰਾਜੋਆਣਾ ਉਹਨਾਂ ਦਿਨਾਂ ਦੌਰਾਨ ਬੰਦ ਸੀ, ਉੱਥੇ ਬੁਲਾਇਆ। ਹੁਣ ਇਸ ਘਟਨਾ ਦੌਰਾਨ ਹੁੰਦਾ ਇਹ ਹੈ ਕਿ ਪਟਿਆਲਾ ਜੇਲ੍ਹ ਦੇ ਵਿੱਚ ਜਿੱਥੇ ਬਲਵੰਤ ਸਿੰਘ ਰਾਜੋਆਣਾ ਬੰਦ ਸੀ, ਦੋ ਅਲੱਗ-ਅਲੱਗ ਕਿਸਮ ਦੀਆਂ ਮੁਲਾਕਾਤਾਂ ਹੁੰਦੀਆਂ ਨੇ, ਕੈਦੀਆਂ ਦੀ ਤੇ ਹਵਾਲਾਤੀਆਂ ਦੀ। ਉਹਨਾਂ ਦੀ ਐਂਟਰੀਜ਼ ਵੀ ਅਲੱਗ ਹੁੰਦੀਆਂ ਨੇ। ਬਲਵੰਤ ਸਿੰਘ ਰਾਜੋਆਣਾ ਵੱਲੋਂ ਕੰਵਰ ਸੰਧੂ ਨੂੰ ਜੇਲ੍ਹ ਦੇ ਵਿੱਚ ਮਿਲਣ ਲਈ ਬੁਲਾਇਆ ਗਿਆ। ਬਲਵੰਤ ਸਿੰਘ ਰਾਜੋਆਣਾ ਹੋਣਾ ਦੇ ਭੈਣ ਜੀ ਤੇ ਉਹਨਾਂ ਦੇ ਜੀਜਾ ਵੱਲੋਂ ਕੰਵਰ ਸੰਧੂ ਦਾ ਨਾਂ ਸ਼ਾਮਲ ਕਰਾਇਆ ਗਿਆ। ਕੰਵਰ ਸੰਧੂ ਇੱਥੇ ਪਹੁੰਚਦੇ ਨੇ ਤੇ ਦੱਸਿਆ ਗਿਆ, ਗੁਰਮੀਤ ਸਿੰਘ ਪਿੰਕੀ ਨੇ ਬਾਅਦ ਦੇ ਵਿੱਚ ਪਬਲਿਕ ਡੋਮੇਨ ਦੇ ਵਿੱਚ ਜਾ ਕੇ ਗੱਲਾਂ ਬਾਤਾਂ ਕੀਤੀਆਂ। ਇਹਨਾਂ ਬਾਰੇ ਜ਼ਿਆਦਾ ਕੋਈ ਵੇਰਵੇ ਜਾਂ ਇਹਨਾਂ ਦਾ ਜਵਾਬ ਕੰਵਰ ਸੰਧੂ ਸਾਹਿਬ ਨੇ ਕਦੇ ਨਹੀਂ ਦਿੱਤਾ, ਲੇਕਿਨ ਗੁਰਮੀਤ ਸਿੰਘ ਪਿੰਕੀ ਨੇ ਇਹ ਜ਼ਰੂਰ ਕਿਹਾ ਕਿ ਉਸ ਨੂੰ ਮਾਰਨ ਦੀ ਸਾਜ਼ਿਸ਼ ਸੀ, ਯਾਨੀ ਕਿ ਉਸ ਨੂੰ ਸੱਟ ਮਾਰਨ ਦੀ, ਉਸ ਨੂੰ ਨੁਕਸਾਨ ਪਹੁੰਚਾਉਣ ਦੀ ਇੱਕ ਸਾਜ਼ਿਸ਼, ਇੱਕ ਕਨਸਪੀਰੇਸੀ ਦੇ ਤਹਿਤ ਹੀ ਪਟਿਆਲਾ ਦੀ ਜੇਲ੍ਹ ਦੇ ਵਿੱਚ ਉਹਨੂੰ ਸੱਦਿਆ ਗਿਆ ਸੀ। ਹੁਣ ਪੱਤਰਕਾਰ ਕੰਵਰ ਸੰਧੂ ਦੇ ਨਾਲ ਗੁਰਮੀਤ ਸਿੰਘ ਪਿੰਕੀ ਨੂੰ ਪਟਿਆਲਾ ਜੇਲ੍ਹ ਵਿੱਚ ਸੱਦਣ ਦੇ ਪਿੱਛੇ ਬਲਵੰਤ ਰਾਜੋਆਣਾ ਦੀ ਕੀ ਮਨਸ਼ਾ ਸੀ, ਇਹ ਤਾਂ ਕਲੀਅਰ ਨਹੀਂ, ਲੇਕਿਨ ਕੰਵਰ ਸੰਧੂ ਹੋਰਾਂ ਵੱਲੋਂ ਕਾਫੀ ਇਨਸਿਸਟ ਕਰਨ ਤੇ ਜ਼ੋਰ ਲਾਉਣ ਤੋਂ ਬਾਅਦ ਗੁਰਮੀਤ ਸਿੰਘ ਪਿੰਕੀ ਉਹਨਾਂ ਦੇ ਨਾਲ ਜਾਂਦਾ ਹੈ। ਗੁਰਮੀਤ ਸਿੰਘ ਪਿੰਕੀ ਨੂੰ ਸਮਝ ਸੀ, ਉਸ ਦੀ ਜਿਹੜੀ ਇੰਟਿਊਸ਼ਨ ਸੀ, ਇਸ ਤਰੀਕੇ ਦੀਆਂ ਸਥਿਤੀਆਂ ਦੇ ਨਾਲ ਉਸਦੇ ਜਿਹੜੇ ਤਜਰਬੇ ਰਹੇ ਸੀ, ਉਸ ਤੋਂ ਵਾਕਿਫ ਸੀ। ਉਸ ਨੂੰ ਅੰਦਾਜ਼ਾ ਸੀ ਕਿ ਉਸ ਦੇ ਲਈ ਇਹ ਹਾਨੀਕਾਰਕ ਹੋ ਸਕਦਾ ਹੈ, ਇਹ ਖਤਰਾ ਹੋ ਸਕਦਾ ਹੈ ਜੇ ਉਹ ਫਾਂਸੀ ਹਾਤੇ ਵਿੱਚ ਜਾ ਕੇ ਮੁਲਾਕਾਤ ਬਲਵੰਤ ਸਿੰਘ ਰਾਜੋਆਣੇ ਨਾਲ ਕਰਦਾ ਹੈ। ਬਲਵੰਤ ਸਿੰਘ ਰਾਜੋਆਣੇ ਦੇ ਨਾਲ ਗੁਰਮੀਤ ਸਿੰਘ ਪਿੰਕੀ ਇੱਕ ਸਮੇਂ ਦੇ ਉੱਤੇ ਵੀ ਪਟਿਆਲੇ ਦੀ ਜੇਲ੍ਹ ਦੇ ਵਿੱਚ ਰਿਹਾ। ਕੋਈ ਗੁਰਮੀਤ ਸਿੰਘ ਪਿੰਕੀ ਨੇ ਵੀ ਉਮਰ ਕੈਦ ਦੀ ਸਜ਼ਾ, ਜੋ ਕਿ 7 ਸਾਲ ਤੋਂ ਕੁਝ ਜ਼ਿਆਦਾ ਸਾਲ ਉਸ ਨੂੰ ਹੋਈ, ਉਹ ਕੱਟੀ ਸੀ ਤੇ ਇਸ ਦੌਰਾਨ ਉਸਨੇ ਵੀ ਬਲਵੰਤ ਸਿੰਘ ਰਾਜੋਆਣੇ ਦੇ ਨਾਲ ਸਾਈਮਲਟੇਨੀਅਸਲੀ ਇੱਕ ਜੇਲ੍ਹ ਦੇ ਵਿੱਚ ਸਮਾਂ ਬਤੀਤ ਕੀਤਾ ਸੀ। ਹਾਲਾਂਕਿ ਦੋਨੋਂ ਇਕੱਠੇ ਨਹੀਂ ਰਹੇ, ਲੇਕਿਨ ਇੱਕ ਟਾਈਮ ਦੇ ਉੱਤੇ ਇੱਕ ਹੀ ਜੇਲ੍ਹ ਦੇ ਵਿੱਚ ਇਹ ਲੋਕ ਬੰਦ ਰਹੇ। ਸੋ ਗੁਰਮੀਤ ਸਿੰਘ ਪਿੰਕੀ ਨੂੰ ਆਈਡੀਆ ਸੀ ਗੁਰਮੀਤ ਸਿੰਘ ਪਿੰਕੀ ਬਲਵੰਤ ਸਿੰਘ ਰਾਜੋਆਣੇ ਦੇ ਨਾਲ ਮਿਲਣ ਲਈ ਰਾਜ਼ੀ ਨਹੀਂ ਹੁੰਦਾ। ਬਲਵੰਤ ਸਿੰਘ ਰਾਜੋਆਣਾ ਦੀ ਆਸ ਤੇ ਉਮੀਦ, ਐਕਸਪੈਕਟੇਸ਼ਨ ਸ਼ਾਇਦ ਇਹ ਸੀ ਕਿ ਕੰਵਰ ਸੰਧੂ ਗੁਰਮੀਤ ਸਿੰਘ ਪਿੰਕੀ ਨੂੰ ਲੈ ਕੇ ਉਹਨਾਂ ਦੇ ਨਾਲ ਫਾਂਸੀ ਹਾਤੇ ਵਿੱਚ ਆਏਗਾ, ਉੱਥੇ ਮੁਲਾਕਾਤ ਹੋਏਗੀ। ਲੇਕਿਨ ਚੂੰਕਿ ਪਿੰਕੀ ਫਾਂਸੀ ਹਾਤੇ ਵਿੱਚ ਨਹੀਂ ਗਿਆ, ਕੰਵਰ ਸੰਧੂ ਜਦੋਂ ਉੱਥੇ ਜਾਂਦੇ ਨੇ, ਬਲਵੰਤ ਸਿੰਘ ਰਾਜੋਆਣਾ ਉਹਨਾਂ ਨੂੰ ਪੁੱਛਦਾ ਹੈ ਕਿ ਗੁਰਮੀਤ ਸਿੰਘ ਪਿੰਕੀ ਕਿੱਥੇ ਹੈ। ਗੁਰਮੀਤ ਸਿੰਘ ਪਿੰਕੀ ਦੇ ਉਹਨਾਂ ਦੇ ਨਾਲ ਫਾਂਸੀ ਹਾਤੇ ਵਿੱਚ ਨਾ ਜਾਣ ਦੀ ਗੱਲ ਜਦੋਂ ਉਸ ਨੂੰ ਦੱਸੀ ਜਾਂਦੀ ਹੈ,
ਉਸ ਤੋਂ ਬਾਅਦ ਗੁੱਸੇ ਵਿੱਚ ਆ ਕੇ ਕਮਰ ਸੰਧੂ ਉੱਤੇ ਹਮਲਾ ਹੁੰਦਾ ਹੈ। ਕਮਰ ਸੰਧੂ ਦੀ ਪੱਗ ਲੱਥਦੀ ਹੈ ਤੇ ਦੱਸਿਆ ਇਹ ਵੀ ਜਾਂਦਾ ਹੈ ਕਿ ਕਿਰਚਾਂ ਦੇ ਨਾਲ ਕਮਰ ਸੰਧੂ ਨੂੰ ਸੱਟਾਂ ਮਾਰੀਆਂ ਗਈਆਂ। ਇਸ ਚੀਜ਼ ਦੀ ਸ਼ਿਕਾਇਤ ਕਮਰ ਸੰਧੂ ਨੇ ਨਹੀਂ ਕਰਵਾਈ, ਜਿਸ ਤੋਂ ਬਾਅਦ ਕਾਇਲ ਅਵਸਥਾ ਦੇ ਵਿੱਚ ਕਮਰ ਸੰਧੂ ਨੂੰ ਉੱਥੋਂ ਲੈ ਕੇ ਬਾਅਦ ਦੇ ਵਿੱਚ ਸਰਹੰਦ ਤੇ ਹੋਰ ਇਲਾਕੇ ਜਿੱਥੇ ਕਿ ਗੁਰਮੀਤ ਸਿੰਘ ਪਿੰਕੀ ਨੇ ਜਿਹੜਾ ਫਸਟ ਏਡ ਯਾਨੀ ਕਿ ਮੈਡੀਕਲ ਇਮਦਾਦ ਦੇਣੀ ਸੀ ਉਹ ਕਮਰ ਸੰਧੂ ਨੂੰ ਮੁਹੱਈਆ ਕਰਾਈ। ਪਿੰਕੀ ਦੇ ਮੁਤਾਬਕ ਉਸਨੇ ਕਾਫੀ ਇਨਸਿਸਟ ਕੀਤਾ ਕਿ ਕਮਰ ਸੰਧੂ ਇਸ ਮਾਮਲੇ ਦੀ ਸ਼ਿਕਾਇਤ ਕਰਨ, ਲੇਕਿਨ ਕੁਝ ਕਾਰਨਾਂ ਕਰਕੇ ਕਮਰ ਸੰਧੂ ਨਹੀਂ ਚਾਹੁੰਦੇ ਸਨ ਕਿ ਇਹ ਵਿਵਾਦ ਹੋਰ ਵਧੇ। ਲੇਕਿਨ ਇਹ ਪੂਰੀ ਦੀ ਪੂਰੀ ਘਟਨਾ ਜੇਲ੍ਹ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਨਾ ਸਿਰਫ ਕੈਦ ਹੋ ਚੁੱਕੀ ਸੀ, ਬਲਕਿ ਘਟਨਾਕ੍ਰਮ ਦੀ ਮਿੰਟ ਟੂ ਮਿੰਟ ਡਿਟੇਲ ਅਵੇਲੇਬਲ ਸੀ। ਇਸ ਤੋਂ ਬਾਅਦ ਗੁਰਮੀਤ ਸਿੰਘ ਪਿੰਕੀ ਆਪਣੀ ਸੁਰੱਖਿਆ ਡਿਟੇਲ ਤੇ ਕਮਰ ਸੰਧੂ ਜੋ ਕਿ ਕਾਇਲ ਅਵਸਥਾ ਵਿੱਚ ਸਨ ਉਹਨਾਂ ਨੂੰ ਲੈ ਕੇ ਨਿਕਲ ਗਏ। ਬਾਅਦ ਦੇ ਵਿੱਚ ਗੁਰਮੀਤ ਸਿੰਘ ਪਿੰਕੀ ਔਨ ਰਿਕਾਰਡ ਗਿਆ ਤੇ ਉਸਨੇ ਦੱਸਿਆ ਕਿ ਬੇਸ਼ੱਕ ਕਮਰ ਸੰਧੂ ਨੇ ਇਸ ਮਾਮਲੇ ਦੀ ਸ਼ਿਕਾਇਤ ਰਸਮੀ ਜਿਹੜੀ ਸ਼ਿਕਾਇਤ ਕਰਨੀ ਬਣਦੀ ਸੀ ਉਹ ਨਹੀਂ ਕੀਤੀ, ਲੇਕਿਨ ਉਲਟਾ ਬਾਅਦ ਦੇ ਵਿੱਚ ਇਸ ਕੇਸ ਦੇ ਵਿੱਚ ਜਿਹੜੇ FIR ਦਰਜ ਹੋਈ ਉਸ ਦੇ ਵਿੱਚ ਕਮਰ ਸੰਧੂ ਦੇ ਨਾਲ ਗੁਰਮੀਤ ਸਿੰਘ ਪਿੰਕੀ ਨੂੰ ਵੀ ਨਾਮਜ਼ਦ ਕੀਤਾ ਗਿਆ। ਇਹ ਉਹ ਸਮਾਂ ਉਹ ਦੌਰ ਉਹ ਮਹੀਨੇ ਸਨ ਜਦੋਂ ਗੁਰਮੀਤ ਸਿੰਘ ਪਿੰਕੀ ਅਤੇ ਕਮਰ ਸੰਧੂ ਹੋਣਾ ਦੀ ਜੋੜੀ ਸੁਮੇਧ ਸਿੰਘ ਸੈਣੀ ਦੇ ਖਿਲਾਫ ਖੁਲਾਸੇ ਉੱਤੇ ਖੁਲਾਸਾ ਕਰਦੇ ਜਾ ਰਹੇ ਸਨ। ਉਹਨਾਂ ਸਮਿਆਂ ਦੇ ਵਿੱਚ ਇਸ ਤਰੀਕੇ ਦੀ ਘਟਨਾ ਜਿੱਥੇ ਦੋਵੇਂ ਕਿਰਦਾਰ ਜੇਲ੍ਹ ਦੇ ਵਿੱਚ ਅਨਅਧਿਕ੍ਰਿਤ ਤਰੀਕੇ ਦੇ ਨਾਲ ਐਂਟਰ ਕਰਦੇ ਨੇ, ਇੱਕ ਵਿਵਾਦ ਖੜਾ ਹੋ ਜਾਂਦਾ, ਇੱਕ ਹਮਲਾ ਹੋ ਜਾਂਦਾ। ਉਸ ਤੋਂ ਬਾਅਦ ਇਹਨਾਂ ਦੇ ਉੱਤੇ ਪਰਚੇ ਹੋਣੇ ਸੁਭਾਵਿਕ ਸੀ, ਸੋ ਇੱਕ ਫੌਜਦਾਰੀ ਦਾ ਮੁਕੱਦਮਾ ਚੱਲਿਆ। ਇਸ ਘਟਨਾ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਆਨਨ ਫਾਨਨ ਦੇ ਵਿੱਚ ਪੂਰੇ ਦੇ ਪੂਰੇ ਰਿਕਾਰਡ ਨੂੰ ਦੁਰਸਤ ਕਰਨ ਲਈ ਹਵਾਲਾਤੀਆਂ ਦਾ ਜਿਹੜਾ ਰਜਿਸਟਰ ਸੀ, ਯਾਨੀ ਕਿ ਜਿਸ ਵਿੱਚ ਐਂਟਰੀ ਕੀਤੀ ਜਾਣੀ ਸੀ, ਕੈਦੀਆਂ ਦੀ ਐਂਟਰੀ ਅਲੱਗ ਹੋਣੀ ਸੀ, ਜਿਸ ਵਿੱਚ ਬਲਵੰਤ ਸਿੰਘ ਰਾਜਵਾਨਾ ਉਸ ਦੀ ਭੈਣ ਹੋਣਾ ਵੱਲੋਂ ਐਂਟਰੀ ਕੀਤੀ ਜਾ ਚੁੱਕੀ ਸੀ, ਲੇਕਿਨ ਜਿਹੜਾ ਹਵਾਲਾਤੀਆਂ ਦਾ ਰਜਿਸਟਰ ਸੀ ਉਸ ਨੂੰ ਆਊਟ ਆਫ ਵੇ ਜਾ ਕੇ ਬਾਹਰ ਭੇਜਿਆ ਗਿਆ ਤੇ ਸੜਕ ਦੇ ਉੱਤੇ ਖੜੇ ਹੋ ਕੇ ਗੁਰਬੀਰ ਸਿੰਘ ਪਿੰਕੀ ਤੇ ਉਹਨਾਂ ਦੇ ਨਾਲ ਦੇ ਕੁਝ ਸਾਥੀਆਂ ਨੇ, ਜਿਨ੍ਹਾਂ ਵਿੱਚ ਉਹਨਾਂ ਦਾ ਕਲੇਮ ਇਹ ਵੀ ਹੈ ਕਿ ਸ਼ਾਇਦ ਕਮਰ ਸੰਧੂ ਨੇ ਵੀ ਉਸ ਰਜਿਸਟਰ ਤੇ ਸਾਈਨ ਕੀਤੇ। ਹੁਣ ਜੇਲ੍ਹ ਰਿਕਾਰਡ ਦੇ ਇਸ ਰਜਿਸਟਰ ਵਿੱਚ ਜਦੋਂ ਐਂਟਰੀ ਕਰਨ ਦਾ ਸਮਾਂ ਆਇਆ, ਯਾਨੀ ਕਿ ਐਂਟਰੀ ਇਹਨਾਂ ਵੱਲੋਂ ਬਾਅਦ ਦੇ ਵਿੱਚ ਕੀਤੀ ਗਈ, ਹਵਾਲਾਤੀ ਜਿਸ ਦੇ ਨਾਲ ਮੁਲਾਕਾਤ ਕਰਨੀ ਸੀ ਉਸ ਹਵਾਲਾਤੀ ਵਜੋਂ ਲਾਰੈਂਸ ਬਿਸ਼ਨੋਈ ਦਾ ਨਾਮ ਲਿਖਵਾਇਆ ਗਿਆ, ਕਿਉਂਕਿ ਲਾਰੈਂਸ ਬਿਸ਼ਨੋਈ ਵੀ ਉਸ ਜੇਲ੍ਹ ਦੇ ਵਿੱਚ ਹੀ ਬੰਦ ਸੀ। ਪਟਿਆਲਾ ਦੀ ਹਾਈ ਸਿਕਿਉਰਿਟੀ ਜੇਲ੍ਹ ਵਿੱਚ ਹੋਈ ਇਸ ਘਟਨਾ ਦੀ ਇਨਵੈਸਟੀਗੇਸ਼ਨ ਵੀ ਬਾਅਦ ਦੇ ਵਿੱਚ ਹੋਈ, ਮੁਕੱਦਮੇਬਾਜ਼ੀ ਵੀ ਚੱਲੀ। ਬਤੌਰ ਐਕਿਊਜ਼ਡ ਕਮਰ ਸੰਧੂ ਅਤੇ ਗੁਰਮੀਤ ਪਿੰਕੀ ਇਸ ਕੇਸ ਦੇ ਵਿੱਚ ਨਾਮਜ਼ਦ ਰਹੇ, ਲੇਕਿਨ ਕੁਝ ਸਾਲਾਂ ਬਾਅਦ ਇਹ ਕੇਸ ਰਫਾ ਦਫਾ ਹੋ ਗਿਆ। ਸਰਕਾਰ ਬਦਲਣ ਤੋਂ ਬਾਅਦ ਸਿਆਸੀ ਬਦਲਾਖੋਰੀ ਦੇ ਖਿਲਾਫ ਜਾਂ ਮਾਮਲੇ ਦੀ ਜਾਂਚ ਕਰਨ ਲਈ ਜਿਹੜਾ ਕਮਿਸ਼ਨ ਬਿਠਾਇਆ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਸਰਕਾਰ ਵੇਲੇ, ਉਸ ਕਮਿਸ਼ਨ ਨੂੰ ਵੀ ਕੇਸ ਰੈਫਰ ਹੋਇਆ, ਲੇਕਿਨ ਇਹ ਕੇਸ ਲੈ ਦੇ ਕੇ ਖਤਮ ਕਰਤਾ ਗਿਆ। ਅਗਲਾ ਜਿਹੜਾ ਵਿਵਾਦ ਪਿੰਕੀ ਦੇ ਨਾਲ ਜੁੜਦਾ ਹੈ ਉਹ ਜੁੜਦਾ ਹੈ ਕਿਸਾਨੀ ਅੰਦੋਲਨ ਸਮੇਂ, ਕਿਉਂਕਿ ਗੁਰਮੀਤ ਸਿੰਘ ਪਿੰਕੀ ਕਿਸਾਨੀ ਅੰਦੋਲਨ ਸਮੇਂ ਦੇਸ਼ ਦੇ ਯਾਨੀ ਕਿ ਭਾਰਤ ਦੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨਾਲ ਮੁਲਾਕਾਤ ਕਰਦਾ ਹੈ। ਉਹ ਮੁਲਾਕਾਤ ਦਾ ਕੰਟੈਕਸਟ ਤੇ ਸੰਦਰਭ ਕੀ ਹੁੰਦਾ ਹੈ? ਸੰਦਰਭ ਹੁੰਦਾ ਕੁਝ ਨਿਹੰਗ ਜਥੇਬੰਦੀਆਂ ਜੋ ਕਿ ਕਿਸਾਨੀ ਅੰਦੋਲਨ ਦੌਰਾਨ ਦਿੱਲੀ ਵਿਖੇ ਸਿੰਘੂ ਬਾਰਡਰ ਵਿਖੇ ਜਿਹੜਾ ਇੱਕ ਧਰਨਾ ਲੱਗਾ ਹੋਇਆ ਸੀ, ਮੋਰਚਾ ਲੱਗਾ ਹੋਇਆ ਸੀ, ਉਸ ਦੇ ਫਰੰਟ ਤੇ ਸਨ। ਇਹਨਾਂ ਨਿਹੰਗ ਜਥੇਬੰਦੀਆਂ ਨੂੰ ਕਿਸੇ ਤਰੀਕੇ ਦੇ ਨਾਲ ਭਾਰਤ ਸਰਕਾਰ ਚੁੱਕਣਾ ਚਾਹੁੰਦੀ ਸੀ। ਦੱਸਿਆ ਜਾਂਦਾ ਹੈ ਕਿ ਗੁਰਮੀਤ ਸਿੰਘ ਪਿੰਕੀ ਦੇ ਇੱਕ ਬਹੁਤ ਹੀ ਨੇੜਲੇ ਭਾਰਤੀ ਜਨਤਾ ਪਾਰਟੀ ਦੇ ਸਾਥੀ ਸੁਖਵਿੰਦਰਪਾਲ ਗਰੇਵਾਲ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਮੁਲਾਕਾਤ ਹੋਈ। ਕੁਝ ਤਸਵੀਰਾਂ ਜੋ ਕਿ ਗੁਰਮੀਤ ਸਿੰਘ ਪਿੰਕੀ ਤੇ ਉਹਨਾਂ ਦੇ ਨਾਲ ਦੇ ਸਾਥੀਆਂ ਵੱਲੋਂ ਇਸ ਮੌਕੇ ਖਿੱਚੀਆਂ ਗਈਆਂ, ਜਿਨ੍ਹਾਂ ਤਸਵੀਰਾਂ ਦੇ ਵਿੱਚ ਨਿਹੰਗ ਲੀਡਰਾਂ ਨੂੰ, ਨਿਹੰਗ ਜਥੇਬੰਦੀ ਦੇ ਜਿਹੜੇ ਆਗੂ ਸਨ ਤੇ ਗੁਰਮੀਤ ਸਿੰਘ ਪਿੰਕੀ ਨੂੰ ਸਰੋਪੇ ਜਿਹੜੇ ਨਰਿੰਦਰ ਤੋਮਰ ਵੱਲੋਂ ਪਾਏ ਗਏ ਜਾਂ ਉਹਨਾਂ ਦਾ ਸਨਮਾਨ ਕੀਤਾ ਗਿਆ, ਉਹ ਤਸਵੀਰਾਂ ਕੁਝ ਹਫ਼ਤਿਆਂ ਜਾਂ ਕੁਝ ਮਹੀਨਿਆਂ ਬਾਅਦ ਵਾਇਰਲ ਹੋਈਆਂ। ਸੋ ਜਦੋਂ ਤਸਵੀਰਾਂ ਵਾਇਰਲ ਹੋਈਆਂ, ਇਹ ਸਾਲ 2021-22 ਦਾ ਘਟਨਾਕ੍ਰਮ ਹੈ, ਇੱਕ ਵੱਡਾ ਵਿਵਾਦ ਫੇਰ ਖੜਾ ਹੋ ਗਿਆ ਤੇ ਗੁਰਮੀਤ ਸਿੰਘ ਪਿੰਕੀ ਦੁਬਾਰਾ ਚਰਚਾ ਤੇ ਸੁਰਖੀਆਂ ਦੇ ਵਿੱਚ ਆ ਗਿਆ। ਉਸ ਵਕਤ ਇਹ ਖਬਰ ਐਡੀ ਜ਼ਿਆਦਾ ਉੱਠੀ ਸੀ, ਗੁਰਮੀਤ ਸਿੰਘ ਪਿੰਕੀ ਕਿਸ ਸੰਦਰਭ ਦੇ ਵਿੱਚ ਇਹਨਾਂ ਨਿਹੰਗ ਜਥੇਬੰਦੀਆਂ ਦੇ ਆਗੂਆਂ ਨੂੰ ਲੈ ਕੇ ਭਾਰਤ ਸਰਕਾਰ ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਮੋਸਟ ਲੀਡਰਾਂ ਦੇ ਨਾਲ ਮਿਲ ਰਿਹਾ ਸੀ, ਕਿ ਸਾਬੋਟਾਜ ਕਰਨ ਦੀ ਕਿਸਾਨ ਅੰਦੋਲਨ ਨੂੰ ਕੋਸ਼ਿਸ਼ ਗੁਰਮੀਤ ਸਿੰਘ ਪਿੰਕੀ ਦੇ ਜ਼ਰੀਏ ਹੋ ਰਹੀ ਸੀ। ਇਸ ਕਿਸਮ ਦੀ तमाम ਗੱਲਾਂ ਬਾਤਾਂ ਉੱਠੀਆਂ, ਇੱਕ ਵਿਵਾਦ ਖੜਾ ਹੋਇਆ, ਲੇਕਿਨ ਨਿਕਲਣਾ ਇਸ ਵਿਵਾਦ ਦਾ ਵੀ ਕੁਝ ਨਹੀਂ ਸੀ। ਇਸ ਵਿਸ਼ੇ ਉੱਤੇ ਨਾ ਤਾਂ ਭਾਰਤੀ ਜਨਤਾ ਪਾਰਟੀ ਵੱਲੋਂ ਕੋਈ ਸਟੇਟਮੈਂਟ ਆਈ। ਗੁਰਮੀਤ ਸਿੰਘ ਪਿੰਕੀ ਨੇ ਆਪਣੇ YouTube ਚੈਨਲ ਤੇ ਕੁਝ ਟੀਵੀ ਚੈਨਲਸ ਨੂੰ ਉਹਨਾਂ ਸਮਿਆਂ ਦੌਰਾਨ ਇੰਟਰਵਿਊ ਦਿੱਤੇ, ਜਿਸ ਵਿੱਚ ਉਸਨੇ ਕਿਹਾ ਕਿ ਉਸਨੇ ਆਪਣੇ ਮਸਲੇ, ਜਿਸ ਵਿੱਚ ਗੈਲੈਂਟਰੀ ਅਵਾਰਡ ਵਾਪਸ ਕਰਨ ਦੇ ਮਸਲੇ, ਉਸ ਦੇ ਨਾਲ ਦੇ ਹੋਰ ਸਾਥੀਆਂ ਦੇ ਜਿਹੜੇ ਪੈਂਡਿੰਗ ਇਸ਼ੂ ਜਿਨ੍ਹਾਂ ਨੂੰ ਲੈ ਕੇ ਗੁਰਮੀਤ ਸਿੰਘ ਪਿੰਕੀ ਆਵਾਜ਼ ਚੁੱਕਦਾ ਆ ਰਿਹਾ ਸੀ, ਕੇਂਦਰ ਸਰਕਾਰ ਦੇ ਨਾਲ ਉਹਨਾਂ ਮਸਲਿਆਂ ਨੂੰ ਟੇਕ ਅਪ ਕਰਨ ਲਈ ਇਹ ਮੁਲਾਕਾਤ ਕੀਤੀ ਸੀ। ਕਿਸੇ ਕਿਸਮ ਦੀ ਦਲਾਲੀ ਨਹੀਂ ਸੀ। ਨਿਹੰਗ ਜਥੇਬੰਦੀਆਂ ਨੂੰ ਸਿੰਘੂ ਬਾਰਡਰ ਤੋਂ ਚੁੱਕਣ ਦੀ ਕੋਈ ਕੋਸ਼ਿਸ਼ ਨਹੀਂ ਸੀ। ਹਾਲਾਂਕਿ ਇਹਨਾਂ ਤਸਵੀਰਾਂ ਦੇ ਉੱਤੇ ਕਿਸਾਨ ਜਥੇਬੰਦੀਆਂ ਨੇ ਵੀ ਰਿਐਕਟ ਕੀਤਾ। ਇਲਜ਼ਾਮ ਇਹ ਲੱਗੇ ਵੀ ਗੁਰਮੀਤ ਸਿੰਘ ਪਿੰਕੀ ਇੱਕ ਵਾਰ ਫੇਰ ਇੱਕ ਨੈਗੇਟਿਵ ਭੂਮਿਕਾ ਦੇ ਵਿੱਚ ਇੱਥੇ ਨਜ਼ਰ ਆਇਆ ਹੈ। ਸਮੇਂ ਦੇ ਨਾਲ ਇਹ ਵਿਵਾਦ ਵੀ ਆਪਣੇ ਆਪ ਖਤਮ ਹੋ ਗਿਆ, ਲੇਕਿਨ ਗੁਰਮੀਤ ਸਿੰਘ ਪਿੰਕੀ ਇੱਕ ਅਜਿਹਾ ਵਿਵਾਦਿਤ ਕਿਰਦਾਰ ਰਿਹਾ ਜੋ ਕਿ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ ਦੇ ਵਿੱਚ, ਜਿਸ ਨੂੰ ਕਹਿੰਦੇ ਆ, ਜਿਵੇਂ ਮੈਂ ਰਿਪੋਰਟ ਦੇ ਸ਼ੁਰੂ ਦੇ ਵਿੱਚ ਜ਼ਿਕਰ ਕੀਤਾ, ਹੀ ਵਾਜ਼ ਫਾਊਂਡ ਐਟ ਅ ਰੋਂਗ ਪਲੇਸ ਐਟ ਅ ਰੋਂਗ ਟਾਈਮ। ਗਲਤ ਥਾਂ ਦੇ ਉੱਤੇ ਗਲਤ ਸਮੇਂ ਉਸ ਦੀ ਮੌਜੂਦਗੀ, ਉਸ ਦੀ ਉਪਸਥਿਤੀ, ਉਸ ਦੀਆਂ ਖਿੱਚੀਆਂ ਫੋਟੋਆਂ
ਉਸਦੇ ਕੈਪਚਰ ਹੋਏ ਸੀਸੀਟੀਵੀ ਗ੍ਰੈਬਸ ਜਾਂ ਕਿਸੇ ਵੀ ਕੈਮਰੇ ਵਿੱਚ ਬਣੀ ਉਸਦੀ ਕੋਈ ਵੀਡੀਓ ਉਸ ਦੇ ਲਈ ਵਿਵਾਦਾਂ ਦਾ ਦੁਬਾਰਾ ਸੁਰਖੀਆਂ ਦੇ ਵਿੱਚ ਉੱਭਰਨ ਦਾ ਕਾਰਨ ਰਿਹਾ। ਲੇਕਿਨ ਇਹ ਸਾਰੀ ਦੀ ਸਾਰੀ ਘਟਨਾਵਾਂ ਦਾ ਕੋਈ ਸਿੱਟਾ ਨਹੀਂ ਨਿਕਲਿਆ, ਨਾ ਤਾਂ ਕੋਈ ਜਾਂਚ ਪੜਤਾਲ ਸਿਰੇ ਲੱਗ ਪਾਈ, ਨਾ ਕੋਈ ਸਜ਼ਾ ਗੁਰਮੀਤ ਪਿੰਕੀ ਨੂੰ ਹੋ ਪਾਈ, ਨਾ ਹੀ ਉਸਦੀ ਕੋਈ ਨਾ ਪੱਖੀ ਜਿਹੜੀ ਭੂਮਿਕਾ ਸੀ ਕਦੇ ਸਥਾਪਿਤ ਹੋ ਪਾਈ। ਸੋ ਇਹ ਇੱਕ ਸੰਦਰਭ ਸੀ ਜਿਸ ਵਿੱਚ ਭਾਗ 2 ਯਾਨੀ ਕਿ ਪਾਰਟ 2 ਇਸ ਰਿਪੋਰਟ ਦੀ ਸੀਰੀਜ਼ ਦਾ ਮੈਂ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈ। ਅਗਲੀ ਰਿਪੋਰਟ ਦੇ ਵਿੱਚ ਆਪਣੀ ਕੋਸ਼ਿਸ਼ ਇਹ ਹੋਏਗੀ ਕਿ ਗੁਰਮੀਤ ਸਿੰਘ ਪਿੰਕੀ ਕੌਣ ਸੀ, ਕੈਟ ਉਸ ਦੇ ਨਾਂ ਦੇ ਨਾਲ ਕਿਉਂ ਜੋੜਿਆ ਜਾਂਦਾ ਸੀ, ਪੁਲਿਸ ਦੀ ਮੁਖਬਰੀ ਤੋਂ ਲੈ ਕੇ ਇੱਕ CIA ਇੰਸਪੈਕਟਰ ਦੇ ਰੂਪ ਵਿੱਚ ਉਸਨੇ ਖਾੜਕੂਵਾਦ ਦੇ ਖਿਲਾਫ ਜਿਹੜੀ ਲੜਾਈ ਲੜੀ, ਉਹ ਪੂਰੀ ਦੀ ਪੂਰੀ ਲੜਾਈ ਤੋਂ ਪਹਿਲਾਂ ਦੇ ਕੁਝ ਸਾਲ, ਕੁਝ ਮਹੀਨੇ ਜਿਸ ਦਾ ਉਹਨਾਂ ਨੇ ਟੋਟਲ ਬਲੈਕਆਊਟ ਸੀ ਕਿ ਵਾਕਈ ਗੁਰਮੀਤ ਸਿੰਘ ਪਿੰਕੀ ਖਾੜਕੂ ਜਥੇਬੰਦੀਆਂ ਦੇ ਨਾਲ ਅਟੈਚ ਸੀ, ਇਨਵੋਲਵ ਸੀ, ਕਿਸ ਤਰੀਕੇ ਦੀ ਅਪਰਾਧਿਕ ਵਾਰਦਾਤਾਂ ਦੇ ਵਿੱਚ ਉਸ ਦੀ ਇਨਵੋਲਵਮੈਂਟ ਸੀ, ਕਾਲਜ ਤੇ ਯੂਨੀਵਰਸਿਟੀ ਦੇ ਦਿਨਾਂ ਤੋਂ ਉਹਦੀ ਭੂਮਿਕਾ ਕੀ ਰਹੀ, ਉਹ ਸੰਦਰਭ ਕੀ ਸੀ ਜਿਸ ਕਾਰਨ ਗੁਰਮੀਤ ਸਿੰਘ ਪਿੰਕੀ ਦੇ ਨਾਲ ਕੈਟ ਦਾ ਇਹ ਟਾਈਟਲ ਜੁੜਦਾ ਹੈ। ਇਹ ਸਾਰੀਆਂ ਗੱਲਾਂ ਬਾਤਾਂ ਅਗਲੀ ਰਿਪੋਰਟ ਦੇ ਵਿੱਚ ਕਰਾਂਗੇ। ਬਹੁਤ ਬਹੁਤ ਧੰਨਵਾਦ ਇਸ ਰਿਪੋਰਟ ਨੂੰ ਵੇਖਣ ਲਈ। ਥੈਂਕ ਯੂ ਸੋ ਮਚ। ਛੇਤੀ ਹੁੰਦੀ ਹੈ ਮੁਲਾਕਾਤ।